हेलो दोस्तों, लास्ट ਆਪਾਂ ਚੈਪਟਰ ਦੀ ਜੋ ਗੱਲ ਕੀਤੀ ਸੀ ਆਪਾਂ ਕੁਦਰਤੀ ਸੰਖਿਆਵਾਂ ਪ੍ਰਕਿਰਤਿਕ ਸੰਖਿਆਵਾਂ ਬਾਰੇ ਗੱਲ ਕੀਤੀ ਸੀ। ਹੁਣ ਆਪਾਂ ਜੋ ਗੱਲ ਕਰਾਂਗੇ ਪੂਰਨ ਸੰਖਿਆਵਾਂ ਬਾਰੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਕੁਦਰਤੀ ਤੇ ਡਿਸਕਸ ਕਰੀਏ। ਕੁਦਰਤੀ ਜਾਂ ਪ੍ਰਕਿਰਤਿਕ ਸੰਖਿਆਵਾਂ ਨੈਚੁਰਲ ਨੰਬਰਸ ਕਿਹੜੀਆਂ ਸੀ ਜੋ ਗਿਣਨਯੋਗ ਹੁੰਦੀਆਂ ਨੇ? 1 2 3 4 5 6 7 8 9 10 11 12 13 14 100 200 1000 2000 20000 50000 ਲੱਖ 10 ਲੱਖ। ठीक, ਆਪਾਂ ਉਸ ਬਾਰੇ ਗੱਲ ਕੀਤੀ ਸੀ। ਇੱਕ ਆਪਾਂ ਕੀਤੀ ਸੀ ਸਭ ਤੋਂ ਛੋਟੀ ਕੁਦਰਤੀ ਜਾਂ ਪ੍ਰਕਿਰਤਿਕ ਸੰਖਿਆ ਇੱਕ ਹੁੰਦੀ ਹੈ ਤੇ ਸਭ ਤੋਂ ਵੱਡੀ ਕੁਦਰਤੀ ਜਾਂ ਪ੍ਰਕਿਰਤਿਕ ਸੰਖਿਆ ਸੰਭਵ ਨਹੀਂ, ਕਿਉਂਕਿ ਆਪਾਂ ਜਿੰਨੀ ਮਰਜ਼ੀ ਵੱਡੀ ਸੰਖਿਆ ਲੈ ਕੇ ਚੱਲੀਏ ਆਪਾਂ ਉਹਦੇ ਵਿੱਚ ਇੱਕ ਜੋੜ ਦੇਣਾ ਤੇ ਇਸ ਕਰਕੇ ਵੱਡੀ ਕੁਦਰਤੀ ਸੰਖਿਆ ਸੰਭਵ ਨਹੀਂ। ਇਹ ਉਸ ਤੋਂ ਬਾਅਦ ਆਪਾਂ ਕੁਝ ਕੁ ਸੰਖਿਆ ਪ੍ਰਣਾਲੀਆਂ ਦੀ ਗੱਲ ਕੀਤੀ ਸੀ, ਭਾਰਤੀ ਸੰਖਿਆ ਪ੍ਰਣਾਲੀ, ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਤੇ ਰੋਮਨ ਅੰਕ ਪ੍ਰਣਾਲੀ ਤੇ ਕੁਝ ਦੇ ਕੁਐਸਚਨਸ ਤੇ ਗੱਲ ਕੀਤੀ ਸੀ। ਇਸ ਟੌਪਿਕ ਦੇ ਵਿੱਚ ਆਪਾਂ ਪੂਰਨ ਸੰਖਿਆਵਾਂ ਨੂੰ ਡਿਟੇਲ 'ਚ ਕਰਾਂਗੇ। ਹੁਣ ਪੂਰਨ ਸੰਖਿਆਵਾਂ ਕੀ ਨੇ? ਇੱਥੇ ਦੇਖੋ, ਕੁਦਰਤੀ ਸੰਖਿਆਵਾਂ ਸੀ 1 2 3 4 ਤਾਂ ਪੂਰਨ ਸੰਖਿਆਵਾਂ। ਹੁਣ ਸਭ ਤੋਂ ਵੱਡੀ ਗੱਲ, ਪੂਰਨ ਸੰਖਿਆਵਾਂ ਕਿਹੜੀਆਂ ਸੰਖਿਆਵਾਂ ਨੇ? ਹੋਲ ਨੰਬਰਸ ਕਿਹੜੇ ਨੰਬਰਸ ਨੇ? ਹੋਲ ਨੰਬਰਸ ਕਿਹੜੇ ਨੰਬਰਸ ਨੇ? 0 1 2 3 4 5 6 7 8। ਕੀ ਫਰਕ ਪੈ ਗਿਆ? 0 ਵਿੱਚ ਆ ਗਈ ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ ਆਪਣੇ ਕੋਲੇ? ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੋਗੀ? 0। ਸਭ ਤੋਂ ਵੱਡੀ ਪੂਰਨ ਸੰਖਿਆ ਸੰਭਵ ਨਹੀਂ, ਕਿਉਂਕਿ ਉਹ ਉਸੇ ਟਾਈਮ ਚੱਲਣੀ ਹੈ। ਸਭ ਤੋਂ ਛੋਟੀ ਪੂਰਨ ਸੰਖਿਆ ਕੀ ਹੋਗੀ? 0। ਸਭ ਤੋਂ ਵੱਡੀ ਪੂਰਨ ਸੰਖਿਆ ਕੀ ਹੋਗੀ? ਸੰਭਵ ਨਹੀਂ। ਇੱਕ ਹੋਰ ਇੰਪੋਰਟੈਂਟ ਚੀਜ਼ ਦੇਖੋ ਦੋਸਤੋ, ਇੱਥੇ ਆਹ ਸੰਖਿਆਵਾਂ ਦੇਖੋ 1 2 3 4 ਅੱਗੇ ਸਾਰੀਆਂ ਜਿੰਨੀਆਂ ਵੀ ਨੇ, ਤੇ ਆਹ ਦੇਖੋ ਕੀ ਇਹ ਸਾਰੀਆਂ ਇੱਕੋ ਨਾਲ ਦੀਆਂ ਨੇ? ਹਾਂ, ਇੱਕੋ ਨਾਲ ਦੀਆਂ ਹੈ। ਤੇ ਇਹ ਕਿਹੜੀਆਂ ਸੰਖਿਆਵਾਂ ਨੇ ਫਿਰ? ਕੁਦਰਤੀ। ਤਾਂ ਫਿਰ ਇਹਦਾ ਮਤਲਬ ਹੋ ਗਿਆ ਹਰੇਕ ਕੁਦਰਤੀ ਸੰਖਿਆ ਪੂਰਨ ਸੰਖਿਆ ਹੈ। ਮਤਲਬ ਹਰੇਕ ਕੁਦਰਤੀ ਜਾਂ ਪ੍ਰਕਿਰਤਿਕ ਸੰਖਿਆ ਪੂਰਨ ਸੰਖਿਆ ਦੇ ਵਿੱਚ ਆਂਦੀ ਹੈ। ਅਗਰ ਇਹ ਪੂਰਨ ਸੰਖਿਆ ਦੇ ਵਿੱਚ ਆਂਦੀ ਹੈ ਤਾਂ ਇਹਦਾ ਮਤਲਬ ਫਿਰ ਕੀ ਹੋ ਗਿਆ? ਹਰੇਕ ਕੁਦਰਤੀ ਸੰਖਿਆ ਕੀ ਬਣ ਗਈ? ਆਪਣੀ ਪੂਰਨ ਸੰਖਿਆ ਬਣ ਗਈ, ਕਿਉਂਕਿ 1 ਵੀ ਪੂਰਨ ਦੇ ਵਿੱਚ ਆ ਰਿਹਾ, 2 ਵੀ ਆ ਰਿਹਾ, 3 ਵੀ ਆ ਰਿਹਾ, 4 ਵੀ ਆ ਰਿਹਾ, 5 ਵੀ ਆ ਰਿਹਾ। ਸਾਰੀਆਂ ਦੀਆਂ ਸਾਰੀਆਂ ਕੀ ਆ ਗਈਆਂ? ਪੂਰਨ ਸੰਖਿਆਵਾਂ ਦੇ ਵਿੱਚ ਆ ਗਈਆਂ। ਤਾਂ ਹਰੇਕ ਕੁਦਰਤੀ ਸੰਖਿਆ ਕੀ ਹੋ ਗਈ? ਪੂਰਨ। ਪਰੰਤੂ ਉਲਟਾ ਨਹੀਂ। ਕਿਉਂ? ਕਿਉਂਕਿ ਜਿਹੜੀ 0 ਹੈ ਇਹ ਪੂਰਨ ਸੰਖਿਆ ਹੈ ਪਰ ਇਹ ਕੁਦਰਤੀ ਦੇ ਵਿੱਚ ਨਹੀਂ ਆਉਂਦੀ, ਤਾਂ ਹਰੇਕ ਪੂਰਨ ਸੰਖਿਆ ਕੁਦਰਤੀ ਸੰਖਿਆ ਨਹੀਂ ਹੈਗੀ। ਇਹ ਹੋ ਗਿਆ ਦੇਖੋ ਆਪਣੇ ਕੋਲੇ ਪੂਰਨ ਸੰਖਿਆਵਾਂ ਦੇ ਨਾਲ ਸੰਬੰਧਿਤ ਕਿ ਪੂਰਨ ਸੰਖਿਆ ਕਿਹੜੀ ਹੁੰਦੀ ਹੈ ਤੇ ਕੁਦਰਤੀ ਤੇ ਪੂਰਨ ਦੇ ਵਿੱਚ ਕੀ ਫਰਕ ਹੁੰਦਾ ਹੈ, ਜੋ ਸਭ ਤੋਂ ਇੰਪੋਰਟੈਂਟ ਚੀਜ਼ ਆਪਣੀ। ਇਸ ਤੋਂ ਬਾਅਦ ਉਸੇ ਤਰੀਕੇ ਨਾਲ ਅੱਗੇ ਵਧਦੇ ਹੋਏ ਅਗੇਤਰ, ਸਕਸੈਸਰ, ਪਿਛੇਤਰ, ਪ੍ਰੈਡੀਸੈਸਰ। ਆਪਾਂ ਸੰਖਿਆਵਾਂ ਦੀ ਗੱਲ ਕਰਨੀ ਹੈ। ਉਦਾਹਰਨ, ਬਿਲਕੁਲ ਛੋਟੀ ਜਿਹੀ ਕੁਐਸਚਨ ਲੈ ਰਿਹਾ, 18 ਦੀ ਅਗੇਤਰ ਸੰਖਿਆ। ਤਾਂ ਆਪਾਂ ਨੂੰ ਪਤਾ ਅਗੇਤਰ ਕਿਹੜੀ ਹੁੰਦੀ ਸੀ? ਇੱਕ ਅੱਗੇ ਲਗਾਤਾਰ। ਤਾਂ ਆਪਾਂ ਕੀ ਕਰਦੇ ਸੀ? 18 ਦੇ ਵਿੱਚ ਇੱਕ ਜੋੜ ਦਿੰਦੇ, ਉਹ ਕੀ ਬਣ ਗਿਆ? 19। 2199 ਦੀ
ਅਗੇਤਰ ਸੰਖਿਆ। ਤਾਂ ਕੀ ਕਰਦੇ ਸੀ ਆਪਾਂ, ਫਿਰ ਇੱਕ ਜੋੜ ਦਿੰਦੇ, ਇੱਕ ਜੋੜਿਆ। ਅਗਰ ਤੁਸੀਂ ਰੋ ਵਾਈਜ਼ ਨਹੀਂ ਜੋੜ ਸਕਦੇ ਤਾਂ ਆਪਾਂ ਇਹਨੂੰ ਕਾਲਮ ਵਾਈਜ਼ ਵੀ ਲਿਖ ਸਕਦੇ ਹਾਂ, ਤੁਹਾਡੇ ਤੇ ਹਸਲ ਇੱਕ। ਤਾਂ 2199 ਦੀ ਅਗੇਤਰ ਕੀ ਆ ਗਈ, 2200। 5 6 7 8 4 ਦੀ ਅਗੇਤਰ ਸੰਖਿਆ। ਹੁਣ ਇਸ ਦੀ ਅਗੇਤਰ ਸੰਖਿਆ ਦੋਸਤੋ 5 6 7 8 4 ਦੇ ਵਿੱਚ ਕੀ ਕਰਤਾ, ਇੱਕ ਜੋੜਤਾ। ਜਾਂ ਦੋ ਅਗੇਤਰ ਸੰਖਿਆਵਾਂ ਪਤਾ ਕਰੋ, 3 ਪਤਾ ਕਰੋ, 4 ਪਤਾ ਕਰੋ, ਤਾਂ ਆਪਾਂ ਅੱਗੇ ਦੀ ਅੱਗੇ ਫਿਰ ਇੱਕ ਜੋੜੀ ਚੱਲਾਂਗੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਪਿਛੇਤਰ ਦੀ। ਉਦਾਹਰਨ ਦੇ ਤੌਰ ਤੇ 26 ਦੀ ਪਿਛੇਤਰ ਸੰਖਿਆ ਲਿਖੋ। ਤਾਂ ਫਿਰ ਕੀ ਕਰਾਂਗੇ ਆਪਾਂ, 26 ਦੇ ਵਿੱਚੋਂ ਇੱਕ ਘਟਾ ਦਾਂਗੇ। ਪਿਛੇਤਰ ਦਾ ਕੀ ਸੀ ਆਪਾਂ ਕੀਤਾ ਹੋਇਆ ਪਿਛਲੇ ਚੈਪਟਰ ਦੇ ਵਿੱਚ, ਇੱਕ ਘਟਾ ਕੇ 26 ਦੀ ਪਿਛੇਤਰ ਕੀ ਆ ਗਈ, 25 ਆ ਗਈ। 2400 ਦੀ ਪਿਛੇਤਰ ਇੱਕ ਸੰਖਿਆ ਪਿੱਛੇ ਪਤਾ ਕਰੋ। ਤਾਂ ਫਿਰ ਕੀ ਕਰਾਂਗੇ ਦੋਸਤੋ, 2400 ਦੇ ਵਿੱਚੋਂ ਇੱਕ ਘਟਾ ਦਾਂਗੇ। ਇੱਕ ਘਟਾਵਾਂਗੇ ਨਾ, 0 ਚੋਂ ਇੱਕ ਨਹੀਂ ਘਟਦਾ, ਇੱਥੋਂ ਨਹੀਂ ਘਟਦਾ, ਇੱਥੋਂ ਨੇ ਇੱਕ ਉਦਾਹਰਨ ਲਿਆ 3 10, ਇੱਕ ਇਹਨੇ ਦੇਤਾ, ਤਾਂ 10 ਚੋਂ ਇੱਕ ਗਏ 9 9 3 2। ਤਾਂ ਇਹਦਾ ਮਤਲਬ ਜੋ ਹੱਲ ਕਰਕੇ ਆ ਗਿਆ ਉਹ ਆਪਣਾ ਕਿੰਨਾ ਆ ਗਿਆ, 2399। ਹੋਰ ਉਦਾਹਰਨ ਦੇਖਦੇ ਹਾਂ ਆਪਾਂ। 15602 ਦੀਆਂ 3 ਪਿਛੇਤਰ ਸੰਖਿਆਵਾਂ ਲਿਖੋ। ਹੁਣ ਆਪਣੇ ਕੋਲੇ 15602 ਹੈ, ਆਪਾਂ ਇਹਦੇ 3 ਪਿਛੇਤਰ ਸੰਖਿਆਵਾਂ ਲਿਖਣੀਆਂ। ਤਾਂ ਪਹਿਲਾਂ ਆਪਾਂ ਇੱਕ ਘਟਾਵਾਂਗੇ ਕਿਉਂਕਿ ਲਗਾਤਾਰ ਹੁੰਦੀਆਂ ਇਹ ਸੰਖਿਆਵਾਂ ਪਿੱਛੇ, 15601। ਫਿਰ 15601 ਚੋਂ ਆਪਾਂ ਇੱਕ ਘਟਾਵਾਂਗੇ, ਘਟਾ ਕੀਤਾ 15600। ਫਿਰ ਆਪਾਂ 15600 ਚੋਂ ਇੱਕ ਘਟਾਇਆ, ਇਹਨੂੰ ਹੱਲ ਕੀਤਾ, ਕਿੰਨਾ ਆ ਗਿਆ 15599। ਤਾਂ ਇਹ ਆ ਗਿਆ। ਇੱਥੇ ਇੱਕ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਦੋਸਤੋ, ਸਭ ਤੋਂ ਇੰਪੋਰਟੈਂਟ। ਦੇਖੋ ਅਗੇਤਰ ਤਾਂ ਕੀ ਹੋਗੀ, ਇੱਕ ਅੱਗੇ ਵਾਲੀ, ਪਿਛੇਤਰ ਹੋ ਗਈ ਇੱਕ ਪਿੱਛੇ ਵਾਲੀ, ਹੈ ਨਾ। ਤਾਂ ਮੈਂ ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਕਰ ਰਿਹਾ, ਮੈਂ ਪੂਰਨ ਸੰਖਿਆਵਾਂ ਨੂੰ ਦੁਬਾਰਾ ਲਿਖ ਰਿਹਾ ਇੱਥੇ। ਪੂਰਨ ਸੰਖਿਆਵਾਂ ਕਿਹੜੀਆਂ ਨੇ, 0 1 2 3 4 5 6 7 8 9 10 11 12 13 14 100 250 1000 2000 10000 20000। ਠੀਕ ਹੈ। ਹੁਣ ਇੱਥੇ ਆਪਾਂ ਦੋ ਗੱਲਾਂ ਕੀਤੀਆਂ ਨੇ, ਅਗੇਤਰ ਅੱਗੇ ਵਾਲੀ, ਪਿਛੇਤਰ ਪਿੱਛੇ ਵਾਲੀ, ਇੱਕ ਪਿੱਛੇ ਵਾਲੀ। ਪਹਿਲਾ ਕੁਐਸਚਨ, ਹਰੇਕ ਪੂਰਨ ਸੰਖਿਆ ਦੀ ਅਗੇਤਰ ਸੰਖਿਆ ਹੁੰਦੀ ਹੈ, ਪਹਿਲਾ ਕੁਐਸਚਨ। ਦੂਸਰਾ, ਹਰੇਕ ਪੂਰਨ ਸੰਖਿਆ ਦੀ ਪਿਛੇਤਰ ਸੰਖਿਆ ਹੁੰਦੀ। ਆ ਦੋ ਕੁਐਸਚਨ ਮੈਂ ਇੱਥੇ ਲੈ ਰਿਹਾ। ਹੁਣ ਤੁਸੀਂ ਪਹਿਲੀ ਲਾਈਨ ਦੇ ਵਿੱਚ ਕੀ ਲਿਖਿਆ, ਮੈਂ ਹਰੇਕ ਪੂਰਨ ਸੰਖਿਆ ਦੀ ਅਗੇਤਰ ਕੀ ਆਪਾਂ ਪਤਾ ਕਰ ਸਕਦੇ ਹਾਂ? ਹਾਂ ਬਿਲਕੁਲ, ਕਿਉਂਕਿ ਜੋ ਮਰਜ਼ੀ ਸੰਖਿਆ ਲੈ ਲਈਏ, 20 50 ਹਜ਼ਾਰ, ਲੱਖ 10 ਲੱਖ 20 ਲੱਖ 50 ਲੱਖ ਕਰੋੜ, ਤਾਂ ਆਪਾਂ ਸਿਰਫ ਇੱਕ ਜੋੜਨਾ ਹੈ। ਹੁਣ ਕੁਐਸਚਨ ਆ ਗਿਆ ਆਹ, ਜੋ ਇਹਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ, ਹਰੇਕ ਪੂਰਨ ਸੰਖਿਆ ਦੀ ਪਿਛੇਤਰ ਸੰਖਿਆ ਹੁੰਦੀ ਹੈ। ਪਿਛੇਤਰ ਦਾ ਮਤਲਬ ਇੱਕ ਘਟਾ। 16 ਦੀ ਪਿਛੇਤਰ ਕੀ ਆ ਗਈ, 15। 9 ਦੀ ਪਿਛੇਤਰ ਕੀ ਆ ਗਈ, 8। 246 ਦੀ ਪਿਛੇਤਰ ਕੀ ਆ ਗਈ, 245। ਕੀ ਹਰੇਕ ਪੂਰਨ ਸੰਖਿਆ ਦੀ ਪਿਛੇਤਰ ਹੁੰਦੀ ਹੈ? ਮੈਂ ਨੰਬਰ ਲਿਖਿਆ, ਸੰਖਿਆਵਾਂ ਲਿਖੀਆਂ ਦੋਸਤੋ, ਸੋਚ ਕੇ ਦੇਖੋ। 3 ਦੀ ਪਿਛੇਤਰ ਹੋ ਗਈ 2, 2 ਦੀ ਪਿਛੇਤਰ ਹੋ ਗਈ 1, 1 ਦੀ ਪਿਛੇਤਰ ਹੋ ਗਈ 0, ਤੇ 0 ਦੀ ਪਿਛੇਤਰ, 0 ਦੀ ਪਿਛੇਤਰ ਨਹੀਂ ਹੈਗੀ, ਨਹੀਂ ਹੈਗੀ। ਤਾਂ ਇਹਦਾ ਮਤਲਬ ਜੇ ਤਾਂ ਕੁਐਸਚਨ ਇਹ ਆ ਗਿਆ, ਇਹ ਗਲਤ ਹੈ। ਕਿਉਂ? ਕਿਉਂਕਿ 0 ਦੀ ਪਿਛੇਤਰ, ਕਿਉਂਕਿ ਫਿਲਹਾਲ ਆਪਾਂ ਦੇਖੋ ਪੂਰਨ ਸੰਖਿਆ ਦੀ ਗੱਲ ਕਰ ਰਹੇ ਹਾਂ, ਤੇ ਪੂਰਨ ਸੰਖਿਆਵਾਂ ਵਿੱਚ 0 ਦੀ ਪਿਛੇਤਰ ਸੰਖਿਆ
नहीं ਹੁੰਦੀ ਪੂਰਨ ਸੰਖਿਆ ਦੇ ਵਿੱਚ। ਉਹ ਅਗਲੇ ਗੱਲ ਹੈ ਜੋ ਆਪਾਂ ਕਰਾਂਗੇ। ਤਾਂ ਫਿਰ ਇੱਥੇ ਕੀ ਆ ਗਿਆ ਕਿ ਹਰੇਕ ਪੂਰਨ ਸੰਖਿਆ ਦੀ ਪਿਛੇਤਰ ਸੰਖਿਆ ਹੁੰਦੀ ਹੈ। ਤਾਂ ਆਪਣਾ ਕੁਐਸਚਨ ਕੀ ਆ ਗਿਆ, ਨਹੀਂ, 0 ਦੀ ਪਿਛੇਤਰ ਸੰਖਿਆ ਨਹੀਂ ਹੁੰਦੀ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਆਪਾਂ ਗੱਲ ਕਰਦੇ ਹਾਂ ਸੰਖਿਆ ਰੇਖਾ ਤੇ, ਨੰਬਰ ਲਾਈਨ ਤੇ। ਸੰਖਿਆ ਰੇਖਾ ਜੋ ਇਹਦਾ ਸਭ ਤੋਂ ਇੰਪੋਰਟੈਂਟ ਪਾਰਟ ਹੈ, संख्या रेखा नंबर लाइन, ਇਹਦਾ ਨਾਮ ਦੱਸ ਰਿਹਾ ਹੈ ਉਹ ਰੇਖਾ ਜਿਸ ਤੇ ਸੰਖਿਆਵਾਂ ਨੇ, ਹੈ ਨਾ। ਇਹ 'ਚ ਕੀ ਖਾਸੀਅਤ ਹੁੰਦੀ ਹੈ ਮੈਂ ਦੱਸਦਾ। ਇੱਕ ਰੇਖਾ ਬਣਾਓ, ਕਿਉਂਕਿ ਪੂਰਨ ਸੰਖਿਆ ਆਪਣੀ 0 ਤੋਂ ਸ਼ੁਰੂ ਹੁੰਦੀ ਹੈ। 1-1 ਸੈਂਟੀਮੀਟਰ, ਅੱਧੇ ਸੈਂਟੀਮੀਟਰ, 2-2 ਸੈਂਟੀਮੀਟਰ ਬਰਾਬਰ ਦੂਰੀ ਲੈਣੀ ਹੈ। 1-1 ਸੈਂਟੀਮੀਟਰ ਤੇ ਆਪਾਂ ਨਿਸ਼ਾਨ ਲਾਇਆ। ਮੰਨ ਲਓ ਦੂਰੀ ਹੈ ਨਾ ਜਿਹੜੀ ਇਹਨਾਂ ਦੀ ਉਹ ਬਰਾਬਰ ਰੱਖਣੀ ਹੈ। ਤੁਸੀਂ 1 ਸੈਂਟੀਮੀਟਰ ਰੱਖ ਸਕਦੇ ਹੋ, ਤੁਸੀਂ ਅੱਧਾ ਸੈਂਟੀਮੀਟਰ ਰੱਖ ਸਕਦੇ ਹੋ, ਤੁਸੀਂ 2 ਸੈਂਟੀਮੀਟਰ ਰੱਖ ਸਕਦੇ ਹੋ, ਤੁਸੀਂ 1.5 ਸੈਂਟੀਮੀਟਰ ਰੱਖ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ, ਲੇਕਿਨ ਬਰਾਬਰ ਹੋਣੀ ਚਾਹੀਦੀ ਹੈ। 1 2 3 4 5 6 7 8 ਤੀਰ ਲੱਗ ਗਿਆ, ਇਹਦਾ ਮਤਲਬ ਇਹ ਅੱਗੇ ਵੱਧਦੀ ਜਾ ਰਹੀ ਹੈ। ਆ ਆਪਣੀ ਸੰਖਿਆ ਰੇਖਾ ਹੋਗੀ। ਇਹਦੇ ਵਿੱਚ ਕੁਝ ਖਾਸੀਅਤਾਂ ਨੇ ਜੋ ਤੁਸੀਂ ਧਿਆਨ ਰੱਖਣੀਆਂ ਨੇ। ਸਭ ਤੋਂ ਪਹਿਲਾਂ ਜਿਵੇਂ ਜਿਵੇਂ ਆਪਾਂ ਸੱਜੇ ਪਾਸੇ ਜਾਂਦੇ ਹਾਂ, ਸੰਖਿਆ ਰੇਖਾ ਦੇ ਆਪਾਂ ਸੱਜੇ ਪਾਸੇ ਜਾਵਾਂਗੇ ਇੱਧਰ, ਤਾਂ ਜਿਹੜੀ ਸੰਖਿਆ ਹੈ ਉਹ ਵੱਧਦੀ ਜਾਂਦੀ ਹੈ, ਵੱਧਦੀ ਹੈ ਭਾਵ ਵੱਡੀ ਹੁੰਦੀ ਹੈ। ਚੈੱਕ ਕਰਕੇ ਦੇਖੋ, ਇਧਰੋਂ ਇੱਧਰ ਗਏ, 1 ਤੋਂ ਵੱਡੀ 2, ਫਿਰ 2 ਤੋਂ 3 ਗਈ, 2 ਤੋਂ ਵੱਡੀ 3, 3 ਤੋਂ 4 ਗਿਆ, 3 ਤੋਂ ਵੱਡੀ 4, 4 ਤੋਂ 5 ਗਿਆ। ਤਾਂ ਜਿਵੇਂ ਜਿਵੇਂ ਸੱਜੇ ਪਾਸੇ ਜਾਵਾਂਗੇ ਇਹ ਵੱਧਦੀ ਜਾਣੀ ਹੈ, ਮਤਲਬ ਇਹ ਵਾਧੇ ਕ੍ਰਮ ਦੇ ਵਿੱਚ ਹੁੰਦੀ ਜਾਣੀ ਹੈ, ਤੁਸੀਂ ਇਹ ਕਹਿ ਸਕਦੇ ਹੋ। ਤਾਂ ਫਿਰ ਉਲਟਾ, ਜਿਵੇਂ ਜਿਵੇਂ ਖੱਬੇ ਪਾਸੇ ਜਾਵਾਂਗੇ ਸੰਖਿਆ ਘਟਦੀ ਹੈ। ਘਟਦੀ ਹੈ ਦਾ ਮਤਲਬ ਛੋਟੀ ਹੁੰਦੀ ਜਾਂਦੀ ਹੈ। ਛੋਟੀ ਦਾ ਮਤਲਬ ਘਟ ਦੇ ਕ੍ਰਮ 'ਚ, ਇੱਧਰ ਇਹ ਘਟਦੀ ਹੈ। ਦੇਖੋ 5 ਤੋਂ 4 ਘਟ ਗਈ, 4 ਤੋਂ 3, 3 ਤੋਂ 2, 2 ਤੋਂ 1, ਤਾਂ ਉਹ ਘਟ ਦੇ ਕ੍ਰਮ 'ਚ ਲਿਖੀ ਜਾਂਦੀ ਹੈ। ਇਹ 'ਚ 2 ਰੂਲ ਬੜੇ ਇੰਪੋਰਟੈਂਟ ਨੇ ਜੋ ਤੁਹਾਨੂੰ ਕੰਮ ਆਉਣਗੇ। ਕਿ ਅਗਰ ਸੰਖਿਆ ਰੇਖਾ ਤੇ, ਸਿੱਧੀ ਜੀ ਗੱਲ ਮੈਂ ਦੱਸ ਰਿਹਾ, ਤੁਸੀਂ 2 ਸੰਖਿਆਵਾਂ ਲਓ, ਕੋਈ ਵੀ 2, ਮੰਨ ਲਓ ਇੱਕ ਇੱਥੇ ਹੈ, ਇੱਕ ਇੱਥੇ, ਕੋਈ ਵੀ ਹੋ ਸਕਦੀ ਹੈ, ਤਾਂ ਜਿਹੜੀ ਸੱਜੇ ਪਾਸੇ ਵਾਲੀ ਹੋਊਗੀ ਉਹ ਹਮੇਸ਼ਾ ਵੱਡੀ ਹੋਊਗੀ, ਤੇ ਜਿਹੜੀ ਖੱਬੇ ਪਾਸੇ ਵਾਲੀ ਹੋਊਗੀ ਉਹ ਹਮੇਸ਼ਾ ਕੀ ਹੋਊਗੀ, ਛੋਟੀ। ਇੱਧਰਲੇ ਹੱਥ ਵਾਲੀ ਹਮੇਸ਼ਾ ਛੋਟੀ ਹੋਊਗੀ, ਇੱਧਰਲੇ ਹੱਥ ਵਾਲੀ ਹਮੇਸ਼ਾ ਕੀ ਹੋਊਗੀ, ਵੱਡੀ ਹੋਊਗੀ। ਇਹਦਾ ਮਤਲਬ ਇਹ ਹੈ ਕਿ ਸੱਜੇ ਪਾਸੇ ਵੱਡੀ, ਖੱਬੇ ਪਾਸੇ ਛੋਟੀ। ਜਿਵੇਂ ਜਿਵੇਂ ਇੱਧਰ ਜਾਈ ਜਾਵਾਂਗੇ ਸੰਖਿਆ ਵੱਧਦੀ ਜਾਊਗੀ, ਜਿਵੇਂ ਜਿਵੇਂ ਉਲਟਾ ਆਈ ਚੱਲਾਂਗੇ, ਇੱਧਰ ਆਈ ਚੱਲਾਂਗੇ, ਸੰਖਿਆ ਘਟਦੀ ਜਾਣੀ ਹੈ। ਇਹ ਸੰਖਿਆ ਰੇਖਾ ਦਾ ਰੂਲ ਹੈ ਜੋ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ ਕਿ ਸੱਜੇ ਪਾਸੇ ਤੇ ਖੱਬੇ ਪਾਸੇ। ਹੁਣ ਆਪਾਂ ਗੱਲ ਕਰਨੀ ਹੈ ਜੋ ਆਪਾਂ ਜੋੜ ਘਟਾ ਦੀ ਗੱਲ ਕਰਦੇ ਹਾਂ, ਸੰਖਿਆ ਰੇਖਾ ਤੇ ਜੋੜ ਘਟਾ ਦੀ ਸਭ ਤੋਂ ਇੰਪੋਰਟੈਂਟ ਚੀਜ਼ ਜੋੜ। ਹੁਣ ਸੰਖਿਆ ਰੇਖਾ ਤੇ ਆਪਾਂ ਜੋੜਨਾ ਹੈ, ਕਿਵੇਂ ਜੋੜੀਏ ਦੋਸਤੋ? 4 + 3 ਨੂੰ ਸੰਖਿਆ ਰੇਖਾ ਰਾਹੀਂ ਹੱਲ ਕਰੋ। ਤਾਂ ਦੇਖੋ ਇੱਥੇ ਕਰਨਾ ਕੀ ਹੈ, ਜੋ ਸਭ ਤੋਂ ਇੰਪੋਰਟੈਂਟ ਚੀਜ਼ ਤੁਸੀਂ ਦੇਖਣੀ ਹੈ, ਆ ਹੈ ਜਿਹੜੀ ਦੂਸਰੇ ਨੰਬਰ ਤੇ। ਇੱਥੇ ਆਪਾਂ ਕੀ ਕਰਾਂਗੇ, 4 ਪਲੱਸ, ਉਸ ਤੋਂ ਬਾਅਦ 3 ਕਦਮ ਲੈਣੇ ਆ। ਇਹ ਕਦਮ ਕੱਲੇ ਕੱਲੇ ਕਰਕੇ ਲੈਣੇ ਆ, 1 1 1। ਆਪਣਾ ਕਨਸੈਪਟ ਇਹ ਹੈ, ਮੈਂ ਉਦਾਹਰਨ ਲੈ ਰਿਹਾ ਹੋਰ ਇੱਕ, ਆਪਾਂ ਇਕੱਠੀਆਂ ਹੱਲ ਕਰਾਂਗੇ। 3 + 5 ਇਹ ਹੈ। ਤਾਂ ਕੀ ਕਰਾਂਗੇ ਆਪਾਂ ਦੋਸਤੋ, 3 ਕਦਮ ਇਕੱਠੇ, ਉਸ ਤੋਂ ਬਾਅਦ ਜਿਹੜੇ 5 ਹੈ ਇੱਕ ਹੀ ਕਰਕੇ, 1 1 1 1 1। ਇਹ ਆਪਣਾ ਸੰਖਿਆ ਰੇਖਾ ਦਾ ਬੇਸਿਕ ਰੂਲ ਹੈ। ਜਿਵੇਂ ਆਪਾਂ ਕਰਾਂਗੇ ਕਿਵੇਂ, ਦੇਖੋ ਹੁਣ ਫੱਟੇ ਦੇ ਨਾਲ ਇੱਕ ਸੰਖਿਆ ਰੇਖਾ ਬਣਾਈ ਆਪਾਂ, ਕਿਉਂਕਿ 0 ਤੋਂ ਸ਼ੁਰੂ ਕਰਦੇ ਹਾਂ, ਹੈ ਨਾ। ਨਿਸ਼ਾਨ ਲਾਓ 1 1 ਸੈਂਟੀਮੀਟਰ ਦੇ ਸੱਜੇ ਹੱਥ ਫੱਟੇ ਦੇ ਨਾਲ, 4 5 6 7
8 एक बार इन्ने ला लो, लोड़ पई आपां वधा लांगे। ठीक है, हुण इंपॉर्टेंट चीज, सब तो पहला इत्थे खड़े हो जाओ, इत्थे खड़े हो जाओ, खड़े हो गए इत्थे, मैं इत्थे खड़ा हो गया, 4 कदम लो जी, 4 कदम चलो, चल पे। उदू बाद +1 +1 +1, मैं संख्या रेखा ते की गल कीती सी, याद करो, सज्जे पासे आपां वधदे आ, वाधे का मतलब प्लस करते हैं, जदों आपां प्लस करना है तो आपां सज्जे पासे जावांगे, जदों आपां वधना है आपां सज्जे पासे जावांगे। तो एक एक वधाओ, 1 1 1, तो कित्थे पहुंच गए आपां 7 ते, तो अपना आंसर कितना आ गया 7। 4 + 3 बराबर है 7। इधर देखो, 0 का निशान, 1 1.5 सेंटीमीटर या 0.5 जिन्ना थोड़ा ठीक लगता है, निशान लगाओ। तुसीं इहनूं वधा भी सकते हो, कोई फर्क नहीं पैंदा। हुण सब तो पहला कित्थे खड़े होना, इत्थे इत्थे खड़े हो जाओ, किन्ने पॉइंट, किन्ने कदम, 3 कदम सज्जे। क्यों सज्जे? क्योंकि प्लस है, +1 का मतलब वधना, तो आप सज्जे पासे जावांगे। 1 कदम, फिर 1 कदम, फिर 1 कदम, फिर 1 कदम, फिर 1 कदम, तो आप 5 कदम पट के कित्थे पहुंच गए, इत्थे पहुंच गए। तो दोस्तों अपना आंसर कितना आ गया, 8 आ गया। ये हो गया देखो संख्या रेखा दे विच प्लस। मैं देखो ही गल कीती है, जदों आप सज्जे पासे जाने आ तो संख्या वधदी है, वधदी का मतलब की हो गया प्लस, है ना। तो जदों आप खब्बे पासे जावांगे तो संख्या घटेगी, घटन का मतलब की हो गया माइनस। उम्मीद करदा इत्थों तक तुहानूं क्लीयर होया होना है। या तुसी होर की कर सकते हो वो भी दसदा मैं उदाहरण लेना एक होर, 3 + 4 संख्या रेखा 0 1 2 3 4 5 6 7 8 9 10 11। हुण आपां पिछले पार्ट की कीता सी, इत्थों आपां सीधे 3 कदम की छाल मारी सी, है ना। हुण जरूरत नहीं, तुसीं सीधा 3 तो भी शुरू कर सकते हो, गल इक्को ही है। इस पार्ट च मैं की कीता, तुहानूं इत्थे खड़ा कीता, जिन्ने कदम के आपां उन्ने कदम छाल मारी, लेकिन इत्थे आपां डायरैक्ट 3 तो भी स्टार्ट करते, 3 तो स्टार्ट किया। हुण 4 का मतलब की हो गया, 1 1 1 1 1 1 1 1, तो कित्थे पहुंच गए, 7 ते पहुंच गए। एक तीर के निशान जरूर ला ला करो, क्योंकि आप सज्जे पासे वध रहे हैं, ये चीज़ थोड़ी ध्यान च रहिंदी हुंदी है। तो इस अकॉर्डिंग आप भी कर सकते हो, तुहाडी मर्जी है, तुसीं 0 तो भी स्टार्ट कर सकते हो, भी पहला आप उन्ने कदम छाल मार ली, तुसीं इत्थों भी स्टार्ट कर सकते हो। तो ये सी जोड़, जोड़ का मतलब की है वधना, तो जो वधना सी आपां संख्या रेखा दे सज्जे पासे जाना सी। हुण आपां की करांगे, घटा करना है, सबट्रैक्शन करनी है, किहदी सहायता नाल, संख्या रेखा की सहायता नाल। 7 - 3, पहला पॉइंट 0 1 2 3 4 5 6 7 8 9 10। हुण देखो इत्थे पहला 7, पहला तो उत्थे खड़दे आपां, खड़ के, है ना, 7 कदम 7 कदम गए, क्यों? क्योंकि 7 प्लस है। हुण आपां 3 माइनस करना है, माइनस का मतलब घटाना है, घटा 3, ते घटाने का मतलब किधर जावांगे, खब्बे जावांगे कि सज्जे जावांगे, खब्बे जावांगे। तो 3 का मतलब 1 1 1, तो 1 1 करके 7 तो, क्योंकि आप 7 ते पहुंच गए, 1 1 करके इनू घटाओ, घटाओ का मतलब खब्बे जाओ, 1 1 1 3 बार। हुण तीर देखो इधर बन गया, तो आप कित्थे पहुंच गए, 4 ते पहुंच गए। तो अपना आंसर कितना आ गया दोस्तों, 4 आ गया। होर देखो उदाहरण, ये पहली उदाहरण सी, आप एक उदाहरण होर लेके चलते हैं, 9 - 4 संख्या रेखा फट्टे नाल बनाओ, 0 1 2 3 4 5 6
7 8 9 ਇਹ ਤੁਸੀਂ ਜਿੰਨੀਆਂ ਮਰਜ਼ੀ ਲਿਖ ਸਕਦੇ ਹੋ, ਤੁਹਾਡੇ ਤੇ ਹੈ ਤੁਹਾਨੂੰ ਕਿਉਂਕਿ ਉਹਦੇ 9 ਤੱਕ ਜ਼ਰੂਰਤ ਹੈ, ਤੁਸੀਂ 9 ਤੱਕ ਵੀ ਛੱਡ ਸਕਦੇ ਹੋ, ਤੁਸੀਂ 10 11 12 ਕਿਉਂਕਿ ਅਗਰ ਜ਼ਰੂਰਤ ਪੈ ਗਈ ਤਾਂ ਇਹਨੂੰ ਮਟੇ ਕੇ ਆਪਾਂ ਹੋਰ ਵੀ ਬਣਾ ਲਾਂਗੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਭ ਤੋਂ ਪਹਿਲਾਂ ਆਪਾਂ ਨੂੰ 9 ਚਾਹੀਦਾ, ਮੈਂ ਇੱਥੇ ਖੜ ਗਿਆ, 9 ਤੇ ਗਏ। ਹੁਣ ਆਪਾਂ ਨੂੰ ਦੋਸਤੋ ਕੀ ਚਾਹੀਦਾ ਹੈ? -4। -4 ਦਾ ਮਤਲਬ ਆਪਾਂ ਨੂੰ ਕੀ ਚਾਹੀਦਾ ਹੈ? ਘਟਾ 4 ਚਾਹੀਦਾ ਹੈ। ਕੀ ਚਾਹੀਦਾ ਹੈ? ਆਪਾਂ 4 ਘਟਾ ਦਾ ਕਰਨਾ ਹੈ, ਤਾਂ ਫਿਰ ਕੀ ਕਰਾਂਗੇ ਆਪਾਂ? ਇੱਥੋਂ ਸੱਜੇ ਜਾਵਾਂਗੇ ਜਾਂ ਖੱਬੇ ਜਾਵਾਂਗੇ? ਖੱਬੇ ਜਾਵਾਂਗੇ। ਕਿਉਂ? ਘਟਾ ਕਰਨਾ ਹੈ, ਸੰਖਿਆ ਖੱਬੇ ਹੱਥ ਘਟਦੀ ਹੈ। ਕਿੰਨੇ ਵਾਰ? 4 ਵਾਰ। 1 2 3 4 ਆ ਪਹੁੰਚ ਗਏ। ਤਾਂ ਆਪਣਾ ਆਂਸਰ ਕਿੰਨਾ ਆ ਗਿਆ? 5। 9 ਚੋਂ 4 ਘਟਾਏ, ਕਿੰਨਾ ਆਂਸਰ ਆ ਗਿਆ ਦੋਸਤੋ? ਆਪਣਾ 5 ਆਂਸਰ ਆ ਚੁੱਕਿਆ। ਹਾਂ, ਇੱਥੇ ਆਪਾਂ ਫਿਰ ਉਹੀ ਗੱਲ ਜਿਹੜੀ ਮੈਂ ਲਾਸਟ ਟਾਈਮ ਕੀਤੀ ਸੀ, ਆਪਾਂ ਇਹਨੂੰ ਡਾਇਰੈਕਟ ਵੀ ਕਰ ਸਕਦੇ ਹਾਂ ਘਟਾ ਨੂੰ। ਕਿਵੇਂ? ਉਦਾਹਰਨ ਲੈ ਲੈਂਦੇ ਹਾਂ। 12 - 4 ਆਪਾਂ ਇੱਕ ਉਦਾਹਰਨ ਲੈ ਲਈ। 0 1 2 3 4 5 6 7 8 9 10 11 12। ਹੁਣ ਦੇਖੋ, ਜਾਂ ਤਾਂ ਆਪਾਂ ਕੀ ਕਰੀਏ, ਸਿੱਧਾ 12 ਤੇ ਪਹੁੰਚੋ, 0 ਤੋਂ 12, ਜਾਂ ਮੈਂ ਸਟਾਰਟ ਹੀ ਇੱਥੋਂ ਕਰ ਰਿਹਾ, 12 ਦਾ ਪੁਆਇੰਟ ਲੈ ਲਿਆ ਮੈਨੇ, ਲੈ ਲਿਆ। ਹੁਣ 4 ਘਟਾ ਕਰਨਾ ਇੱਥੋਂ, ਤਾਂ ਜਦੋਂ 4 ਘਟਾ ਕਰਨਾ ਦੋਸਤੋ ਆਪਾਂ ਕਿੱਧਰ ਜਾਵਾਂਗੇ? ਇੱਥੋਂ ਖੱਬੇ। 1 2 3 4। ਗੱਲ ਇੱਕੋ ਹੀ ਹੈ, ਫਰਕ ਨਹੀਂ ਪੈ ਰਿਹਾ ਕੋਈ। ਕਿੰਨਾ ਆਂਸਰ ਆ ਗਿਆ? 8 ਆ ਗਿਆ। ਜਾਂ ਤਾਂ 0 ਤੋਂ ਪਹਿਲਾਂ 12 ਤੇ ਛਾਲ ਮਾਰੋ, ਉਸ ਤੋਂ ਬਾਅਦ 1 ਘਟਾ ਲਓ, ਤਾਂ ਵੀ ਕੋਈ ਦਿੱਕਤ ਨਹੀਂ, ਜਾਂ ਡਾਇਰੈਕਟ 12 ਤੋਂ ਮਾਈਨਸ ਕਰ ਲਓ, ਤਾਂ ਵੀ ਕੋਈ ਦਿੱਕਤ ਨਹੀਂ। ਬਸ ਦੋ ਗੱਲਾਂ ਦਾ ਕੀ ਧਿਆਨ ਰੱਖਣਾ ਹੈ? ਜਦੋਂ ਪਲੱਸ ਕਰਨਾ ਹੈ ਸੱਜੇ ਪਾਸੇ ਜਾਵਾਂਗੇ, ਉਧਰ ਜਾਵਾਂਗੇ। ਜਦੋਂ ਮਾਈਨਸ ਕਰਨਾ ਹੈ ਖੱਬੇ ਪਾਸੇ ਆਵਾਂਗੇ। ਕਿਉਂ? ਸੱਜੇ ਪਾਸੇ ਸੰਖਿਆ ਵੱਧਦੀ ਹੈ, ਖੱਬੇ ਪਾਸੇ ਸੰਖਿਆ ਕੀ ਹੁੰਦੀ ਹੈ? ਘਟਦੀ ਹੈ। ਇਹ ਹੋ ਗਿਆ ਆਪਣੇ ਕੋਲੇ ਪੂਰਨ ਸੰਖਿਆ ਦਾ ਸੰਖਿਆ ਰੇਖਾ ਤੇ ਜੋੜ ਅਤੇ ਘਟਾ। ਹੁਣ ਆਪਾਂ ਜੋ ਗੱਲ ਕਰਨੀ ਹੈ ਸੰਖਿਆ ਰੇਖਾ ਦੇ ਲਾਸਟ ਟੌਪਿਕ ਦੀ, ਗੁਣਾ ਦੀ ਗੱਲ ਕਰਨੀ ਹੈ, ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਜੋੜ ਘਟਾ ਤੇ ਗੁਣਾ, ਗੁਣਾ ਮਲਟੀਪਲਾਈ, ਮਲਟੀਪਲੀਕੇਸ਼ਨ, ਠੀਕ, ਇਹ ਬੜੀ ਇੰਪॉर्टेंट ਚੀਜ਼ ਹੈ। ਇੱਥੇ ਇੱਕ ਮਿਸਟੇਕ ਹੁੰਦੀ ਹੈ, 3 ਗੁਣਾ 2। ਸਭ ਤੋਂ ਇੰਪॉर्टेंट ਚੀਜ਼ ਇਹ ਹੈ ਕਿ ਜਿਹੜੀ ਆਪਾਂ ਗੁਣਾ ਦੀ ਗੱਲ ਕਰਦੇ ਹਾਂ ਦੋਸਤੋ, ਅਸਲ 'ਚ ਗੁਣਾ ਹੈ ਕਿ ਲਗਾਤਾਰ ਜੋੜ। ਕਿਵੇਂ? 4 + 4 + 4 + 4 + 4 ਹੈ ਨਾ। ਤਾਂ ਇਹ ਕਿੰਨੇ ਵਾਰ ਆ ਗਿਆ? 4 ਇੱਥੇ 5 ਵਾਰ ਆ ਗਿਆ। 5 ਵਾਰੀ 4। ਮੈਂ ਪੰਜਾਬੀ ਭਾਸ਼ਾ 'ਚ ਲਿਖ ਰਿਹਾ, ਗੁਣਾ ਮੈਂ ਬਾਅਦ 'ਚ ਲਿਖੂੰਗਾ। 6 + 6 + 6, ਹਾਂਜੀ ਕੀ ਲਿਖਾਂਗੇ ਇਹਨੂੰ? 3 ਵਾਰੀ 6 ਹੈ ਨਾ, ਐਂ ਲਿਖਾਂਗੇ ਨਾ। 7 + 7 + 7 ਕਿਵੇਂ ਲਿਖਾਂਗੇ? 4 ਵਾਰੀ 7, ਠੀਕ। 3 + 3 + 3 + 3 + 3 ਕਿਵੇਂ ਲਿਖਾਂਗੇ ਇਹਨੂੰ? 5 ਵਾਰੀ 3 ਵਾਰੀ, ਇਹਦਾ ਮਤਲਬ ਹੋ ਗਿਆ ਮਲਟੀਪਲਾਈ। ਤਾਂ ਇਹ ਹੋ ਗਿਆ 5 × 4 ਗੁਣਾ 3 × 6 4 × 7 5 × 3। ਧਿਆਨ ਨਾਲ ਦੇਖਣਾ ਮੇਰੀ ਗੱਲ, ਇੱਥੇ ਇੱਕ ਬੜਾ ਵੱਡਾ ਫਲੋ ਆਣਾ ਆਪਣੇ ਕੋਲ। ਤਾਂ 3 ਗੁਣਾ 2 ਦਾ ਮਤਲਬ ਕੀ ਹੋ ਗਿਆ? 3 ਵਾਰੀ 2 ਕਿ 2 ਵਾਰੀ 3? ਸਭ ਤੋਂ ਇੰਪॉर्टेंट ਚੀਜ਼ 3 ਗੁਣਾ 2। ਦੇਖੋ ਉਲਟਾ ਚੱਲ ਰਿਹਾ ਹੁਣ, ਮੈਂ ਆ ਚੀਜ਼ ਲਿਖਾਈ ਹੈ ਮੈਂ ਤੁਹਾਨੂੰ ਖੱਬੇ ਤੋਂ ਸੱਜੇ, ਕਿਉਂਕਿ ਜਿਹੜਾ ਲਗਾਤਾਰਤਾ ਜੋੜ ਹੁੰਦਾ ਹੈ, ਕੰਟੀਨਿਊਸਲੀ ਐਡੀਸ਼ਨ ਜਿਹੜੀ ਹੁੰਦੀ ਹੈ ਉਹਨੂੰ ਗੁਣਾ ਬੋਲਦੇ ਆ। ਤਾਂ 4 ਨੂੰ 5 ਵਾਰੀ, ਬੇਸਿਕਲੀ ਆਪਾਂ ਕੀ ਲਿਖਿਆ? 5 ਵਾਰੀ ਕੀ ਆ ਗਿਆ ਆਪਣੇ ਕੋਲੇ? 4 ਆ ਗਿਆ। ਤਾਂ ਉਹ 5 ਗੁਣਾ 4 ਹੈ। ਹੁਣ ਸੱਜੇ ਤੋਂ ਖੱਬੇ ਚੱਲਣਾ ਹੈ। 3 ਗੁਣਾ 2 ਦਾ ਅਸਲ ਮਤਲਬ ਕੀ ਹੋ ਗਿਆ? 3 ਵਾਰੀ 2। ਤਾਂ ਇਹਦਾ ਮਤਲਬ ਇਹ ਕੀ ਹੋਗਾ? ਪਹਿਲਾਂ ਇਹਨੂੰ ਸਮਝੋ, ਸੰਖਿਆ ਰੇਖਾ ਤਾਂ ਬਾਅਦ 'ਚ ਹੋਣੀ ਹੈ, ਪਹਿਲਾਂ ਆ ਚੀਜ਼ ਕਲੀਅਰ ਕਰੋ, ਲਿਖਣਾ ਕਿਵੇਂ ਹੈ, ਸਭ ਤੋਂ ਇੰਪॉर्टेंट ਚੀਜ਼। ਹੁਣ ਆਪਾਂ ਗੱਲ ਕਰਦਾ ਮੈਂ 4 ਗੁਣਾ 5, ਇਹਦਾ ਮਤਲਬ ਕੀ ਹੈ? 4 ਵਾਰੀ 5। ਐਮ ਆਈ ਰਾਈਟ? ਅਗਰ 4 ਵਾਰੀ 5 ਹੋ ਗਿਆ
ਤਾਂ ਕੀ ਆ ਗਿਆ? ਦੇਖੋ ਗਲਤੀ ਕੀ ਹੋ ਸਕਦੀ ਹੈ, ਆਪਾਂ ਇਹਨੂੰ 5 ਵਾਰੀ 4 ਵੀ ਲਿਖ ਸਕਦੇ ਹਾਂ। ਕਿਤੇ ਨਾ ਕਿਤੇ ਚੀਜ਼ ਦਾ ਫਰਕ ਪੈਣਾ ਹੈ। ਗੁਣਾ 'ਚ ਨਹੀਂ ਫਰਕ ਪੈਂਦਾ, ਪਰ ਰਕਮ ਦੇ ਵਿੱਚ ਫਰਕ ਪੈਂਦਾ ਹੈ। ਤਾਂ ਇੱਥੇ ਬਹੁਤ ਧਿਆਨ ਰੱਖਣਾ ਦੋਸਤੋ। ਕੁਝ ਕੁ ਉਦਾਹਰਨਾਂ ਪਹਿਲਾਂ ਮੈਂ ਇਸੇ ਦੀਆਂ ਲੈਣਾ। ਗੁਣਾ ਤਾਂ ਆਪਣੀ ਫੇਰ ਹੱਲ ਹੋ ਜੂ, ਗੁਣਾ ਤੇ ਨਹੀਂ ਸਮੱਸਿਆ ਆਉਂਦੀ। 6 ਗੁਣਾ 3, ਹੁਣ ਦੋ ਚੀਜ਼ਾਂ ਨੇ, ਇਹ 3 ਵਾਰੀ 6 ਹੈ ਜਾਂ 6 ਵਾਰੀ 3 ਹੈ? ਹਾਂਜੀ, ਇਹ 6 ਵਾਰੀ 3 ਹੈ। ਤੇ 6 ਵਾਰੀ 3 ਦਾ ਮਤਲਬ ਆਹਾ 3 ਨੂੰ 6 ਵਾਰ ਜੋੜਿਆ ਗਿਆ ਹੈ। ਮੇਰਾ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇੱਕ ਉਦਾਹਰਨ ਮੈਂ ਹੋਰ ਲੈ ਰਿਹਾ, ਆਪਾਂ ਲੈ ਲਈ 4 ਗੁਣਾ 7। ਹਾਂਜੀ, 4 ਵਾਰੀ 7, 7 + 7 + 7, ਤਾਂ ਉਰੇ 7 ਨੂੰ 4 ਵਾਰ ਜੋੜਿਆ ਗਿਆ ਹੈ, ਨਾ ਕਿ 4 ਨੂੰ 7 ਵਾਰ ਜੋੜਿਆ ਗਿਆ ਹੈ। ਇੱਥੇ 2 ਨੂੰ 3 ਵਾਰ ਜੋੜਿਆ ਗਿਆ ਹੈ, ਨਾ ਕਿ 3 ਨੂੰ 2 ਵਾਰ। ਇੱਥੇ 5 ਨੂੰ 4 ਵਾਰ ਜੋੜਿਆ ਗਿਆ ਹੈ, ਨਾ ਕਿ 4 ਨੂੰ 5 ਵਾਰ। 3 ਨੂੰ 6 ਵਾਰ ਜੋੜਿਆ ਗਿਆ। ਮੈਂ ਤਾਂ ਹੀ ਪਹਿਲਾਂ ਉਹ ਚੀਜ਼ ਐਕਸਪਲੇਨ ਕੀਤੀ ਹੈ ਕਿ ਇਸ ਚੀਜ਼ ਨੂੰ ਥੋੜਾ ਜਿਹਾ ਕਲੀਅਰ ਕੀਤਾ ਜਾ ਸਕੇ, ਤਾਂ ਕਿ ਜਦੋਂ ਗੁਣਾ ਕਰਨੀ ਹੈ ਆਪਾਂ ਕਿਹਨੂੰ ਕਿੰਨੇ ਵਾਰ ਰਿਪੀਟ ਕਰਨਾ ਹੈ, ਇਹ ਚੀਜ਼ ਤੁਹਾਨੂੰ ਕਲੀਅਰ ਹੋ ਜੇ। ਹੁਣ ਆਪਾਂ ਇਹਦੀ ਉਦਾਹਰਨ ਲੈ ਕੇ ਚੱਲਦੇ ਹਾਂ। ਦੇਖੋ ਆਪਾਂ ਹੱਲ ਕਰਨਾ ਹੁਣ 3 ਗੁਣਾ 2 ਸੰਖਿਆ ਰੇਖਾ ਤੇ। ਤਾਂ ਪਹਿਲਾਂ ਲਿਖ ਲਓ, ਕੋਈ ਨੁਕਸਾਨ ਨਹੀਂ। ਅਸਲ ਦੇ ਵਿੱਚ ਇਹ ਹੋ ਗਿਆ 3 ਵਾਰੀ 2, ਹੈ ਨਾ? 3 ਵਾਰੀ 2 ਹੋ ਗਿਆ ਨਾ? ਤੇ 3 ਵਾਰੀ 2 ਦਾ ਮਤਲਬ 2 + 2 + 2, 0 1 2 3 4 5 6 7 8। ਕਿੱਥੇ ਖੜੇ ਹੋਣਾ ਹੈ? 0 ਤੇ। ਹੁਣ ਇੱਥੇ ਹੀ ਖੜੇ ਹੋਣਾ ਹੈ। ਪਹਿਲਾਂ 2 ਕਦਮ, ਫਿਰ 2, ਫਿਰ 2। ਤੁਹਾਡਾ ਆਨਸਰ ਕੀ ਆ ਗਿਆ? 6। ਤਾਂ ਦੇਖੋ ਕੀ ਹੋ ਗਿਆ, 2 2 ਦਾ ਪੇਅਰ, ਕੱਲਾ ਕੱਲਾ ਨਹੀਂ, ਉਰੇ 2 2 ਦਾ ਪੇਅਰ ਹੈ। ਦੇਖੋ ਜੋੜ ਦੇ ਵਿੱਚ ਮੈਂ ਲਿਖਿਆ ਸੀ, ਮੈਂ ਜੋੜ 'ਚ ਜਦੋਂ ਆਪਾਂ ਹੱਲ ਕੀਤਾ ਸੀ ਤੁਹਾਨੂੰ ਮੈਂ ਕਿਹਾ ਸੀ ਇਹਨੂੰ ਆਪਾਂ ਸਿੰਗਲ 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 ਕੀਤਾ ਹੈ, ਕੱਲਾ ਕੱਲਾ ਕਦਮ ਲੈਣਾ ਹੈ। ਲੇਕਿਨ ਇੱਥੇ ਤਾਂ ਉਸ ਟਰਮ ਦੀ, ਉਸ ਪੇਅਰ ਦੀ ਗੁਣਾ ਹੈ। ਉਦਾਹਰਨ ਹੋਰ ਦੇਖੋ ਦੋਸਤੋ, 4 ਗੁਣਾ 3, ਤਾਂ ਅਸਲ ਇਹਦਾ ਮਤਲਬ ਕੀ ਹੋ ਗਿਆ? 4 ਵਾਰੀ 3। ਤਾਂ ਐਕਚੁਅਲੀ ਕੀ ਹੋ ਗਿਆ? 3 ਕਿੰਨੇ ਵਾਰ ਆ ਗਿਆ? 4 ਵਾਰ। 0 1 2 3 4 5 6 8 9 10 11 12 13 14। ਕਿੱਥੇ ਖੜੇ ਹੋ ਗਏ ਆਪਾਂ? 0 ਤੇ। 3 ਕਦਮ, 1 2 3, ਠੀਕ। ਤੀਰ ਦੇਖੋ ਸੱਜੇ ਪਾਸੇ ਜਾ ਰਹੇ ਆਪਾਂ। 3 ਫੇਰ 1 2 3, ਠੀਕ। ਇੱਥੇ ਆ ਗਏ 3 ਫੇਰ 1 2 3। ਕਿੰਨੇ ਵਾਰ ਆ ਗਏ? 3 ਵਾਰ। 3 ਫੇਰ 1 2 3। ਤਾਂ ਦੋਸਤੋ ਕਿੰਨਾ ਆਨਸਰ ਆ ਗਿਆ? 12 ਆ ਗਿਆ। ਇਹ ਗੁਣਾ ਦਾ ਬਹੁਤ ਇੰਪੋਰਟੈਂਟ ਟੈਕਨੀਕ ਹੈ ਜੋ ਤੁਹਾਨੂੰ ਦੱਸ ਰਿਹਾ, ਤਾਂ ਹੀ ਮੈਂ ਉਹਨੂੰ ਤੁਹਾਨੂੰ ਐਕਸਪਲੇਨ ਕੀਤਾ ਸੀ। ਪਹਿਲਾਂ ਬੇਸਿਕ ਕਨਸੈਪਟ ਕੀ ਹੈ, ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਾਂਗੇ? ਹੱਲ ਕਰਾਂਗੇ। ਹੁਣ ਉਦਾਹਰਨ ਹੋਰ ਲੈ ਰਹੇ ਹਾਂ। ਦੇਖੋ ਇੱਕ ਛੋਟੀ ਜਿਹੀ ਉਦਾਹਰਨ ਮੈਂ ਹੋਰ ਲੈ ਲੈਣਾ। 3 ਗੁਣਾ 5, ਅਸਲ ਦੇ ਵਿੱਚ ਇਹ ਕੀ ਹੋ ਗਿਆ? 3 ਵਾਰੀ 5। ਆਹੀ ਹੋ ਗਿਆ ਨਾ? 0 1 2 3 4 5 6 7 8 9 10 11। ਇੱਕ ਵਾਰ ਮੈਂ ਇੱਥੇ ਲਿਖ ਰਿਹਾ। ਕਿੱਥੇ ਖੜੇ ਹੋ ਗਏ ਆਪਾਂ? ਇੱਥੇ 5 ਕਦਮ, 1 2 3 4 5। ਲਓ ਜੀ, ਪਹਿਲਾ ਸਟੈਪ। 5 ਕਦਮ ਫੇਰ ਲੈਣੇ ਆ, 1 2 3 4 5। 5 ਕਦਮ ਫੇਰ ਲੈਣੇ ਆ, ਉਰੇ 2 ਹੈ, ਤਾਂ ਇਹਦਾ ਮਤਲਬ ਆਪਾਂ ਹੋਰ ਲਿਖਾਂਗੇ। ਤਾਂ ਹੀ ਮੈਂ ਇੱਥੇ ਸਕਿਪ ਕਰਤਾ ਸੀ ਕਿ ਆਪਾਂ ਹੋਰ ਲਿਖ ਸਕਦੇ ਹਾਂ, ਉਹ ਆਪਣੀ ਮਰਜ਼ੀ ਹੈ, ਠੀਕ ਹੈ ਨਾ। 5 ਕਦਮ ਹੋਰ ਲੈਣੇ ਆ, 1 2 3 4 5। ਤਾਂ ਕਿੰਨਾ ਆਨਸਰ ਆ ਗਿਆ? 15। ਇਹ ਹੋ ਗਿਆ ਪੂਰਨ ਸੰਖਿਆਵਾਂ ਅਤੇ ਸੰਖਿਆ ਰੇਖਾ ਤੇ ਜੋੜ, ਘਟਾ ਅਤੇ ਗੁਣਾ। ਥੈਂਕ ਯੂ।